ਹੋ ਗਈ ਹੈ ਉਹਦਾ ਕਿਵੇਂ ਰਿਹਾ ਰੁੱਖ ਤੁਹਾਡੇ ਨਾਲ। ਇਸ ਪ੍ਰਕਾਰ ਵਰਤਿਓ ਤੁਮ ਸੰਗਾ ਦੇ ਜਦਵਾਨ ਸਭ ਕਹਿਓ ਪ੍ਰਸੰਗਾ। ਸਾਰਾ ਹਾਲ ਦੱਸੋ ਉਸ ਵਿਆਹ ਦਾ ਕਿਵੇਂ ਵਰਤਿਆ ਫਤਿਹ ਸ਼ਾਹ ਭੀਮ ਚੰਦ ਤੁਹਾਡੇ ਨਾਲ ਦੋਹਰਾ। ਸੁਣ ਕਲੰਗੀ ਤਰ ਪ੍ਰਸ਼ਨ ਕੋ ਨਿੰਦ ਚੰਦ ਕਰ ਬੰਦ ਵਰਣਨ ਕਰਿਓ ਪ੍ਰਸੰਗ ਸਭ ਕਥਾ ਗਰੇਂਦਰਨ ਬ੍ਰਿੰਦ। ਇਸ ਤਰ੍ਹਾਂ ਭਾਈ ਨੰਦ ਚੰਦ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਹੱਥ ਬੰਨ੍ਹ ਕੇ ਕਹਿਣ ਲੱਗਿਆ ਸੁਣ ਲਓ ਮਹਾਰਾਜ ਕੀ ਹੋਇਆ। ਚੌਪਈ ਹਉਲ ਪੱਗਿਆ ਲਾਜੋਰ ਲਾਗੇ ਤੁਮਰੀ ਬਾਤ ਕਹੋ ਤੁਮ ਆਗੇ। ਪਹਿਲੀ ਗੱਲ ਤਾਂ ਅਸੀਂ ਬਹੁਤ ਛੋਟੇ ਹਾਂ ਅਲਪੱਗ ਜੀਵ ਹਾਂ ਤੁਸੀਂ ਜਾਨੀ ਜਾਣੋ ਸਭ ਜਾਣਦੇ ਹੀ ਹੋ। ਤੁਹਾਡੇ ਸਾਹਮਣੇ ਤੁਹਾਡੀ ਗੱਲ ਕਹਿੰਦੇ ਆ ਉਹੀ ਸ਼ਰਮ ਆਉਂਦੀ ਹੈ। ਜੇ ਗਿਰਪਤ ਹੈ ਮੂਡ ਗੁਮਾਨੀ ਸਾਥ ਰਾਵਰੇ ਬੈਰ ਮਹਾਨੀ। ਮਹਾਰਾਜ ਇਹ ਜਿਹੜੇ ਪਹਾੜੀਏ ਨਾ ਮੂਰਖ ਹੈ ਹੰਕਾਰੀ ਵੀ ਹੈ ਔਰ ਆਪ ਜੀ ਦੇ ਨਾਲ ਇਹਨਾਂ ਦੀ ਦੁਸ਼ਮਣੀ ਹੈ ਕੋਈ ਮਿੱਤਰਤਾ ਨਹੀਂ। ਤੋ ਆਪ ਕੇ ਬੂਝਨ ਕਰੇ ਕਹਿਬੇ ਕੋ ਮਮ ਚਤ ਅਨੁਸਾਰੇ। ਪਰ ਫਿਰ ਵੀ ਤੁਸੀਂ ਪੁੱਛਿਆ ਤਾਂ ਲੋ ਸੁਣ ਲਓ ਉੱਥੇ ਕੀ ਹੋਇਆ। ਕਿਰਪਾ ਧਾਰ ਤੁਮ ਦਾਇਜ ਦੀਨਾ ਹਮਕੋ ਨਿਰਪ ਟਿਗ ਭੇਜਨ ਕੀਨਾ। ਆਪ ਜੀ ਨੇ ਲੱਖ ਰੁਪਏ ਦਾ ਦਾਜ ਦੇ ਰੂਪ ਚ ਸਮਾਨ ਜੋ ਫਤਿਹ ਸ਼ਾਹ ਦੇ ਕੋਲ ਸਾਨੂੰ ਦੇ ਕੇ ਭੇਜਿਆ ਸੀ। ਮਿਲ ਜਾਏ ਆਦਰ ਵੱਡ ਠਾਨਾ ਹਮ ਕੈ ਸਿਮਰ ਕੀਨ ਮੈਦਾਨਾ। ਅਸੀਂ ਜਾ ਕੇ ਮਿਲੇ ਫਤਿਹ ਸ਼ਾਹ ਨੂੰ ਖੁੱਲੇ ਮੈਦਾਨ ਦੇ ਵਿੱਚ ਅਸੀਂ ਉਤਾਰਾ ਕੀਤਾ ਸ਼ਿਵਰ ਲਾਏ ਤੰਬੂ ਲਾਏ ਜੇ। ਰਾਵਰ ਰੋਕ ਬਰਾਤ ਹਟਾਈ ਸੁਧ ਸਭ ਸ੍ਰੀ ਨਗਰ ਸੁਣ ਪਾਈ। ਔਰ ਮਹਾਰਾਜ ਸਾਨੂੰ ਉੱਥੇ ਸਾਰਾ ਪਤਾ ਲੱਗ ਗਿਆ ਸਾਰੇ ਸ਼੍ਰੀਨਗਰ ਦੇ ਵਿੱਚ ਬਈ ਆਪ ਜੀ ਨੇ ਪੌਂਟਾ ਸਾਹਿਬ ਦੇ ਕੋਲੋਂ ਬਰਾਤ ਲੰਘਣ ਨਹੀਂ ਦਿੱਤੇ ਜੇ। ਭਏ ਤਿਆਰ ਹਮਾਵਣ ਇਤ ਕੋ ਰਾਖੇ ਫਤਿਹ ਸ਼ਾਹ ਕਰ ਹਿਤ ਕੋ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਅਸੀਂ ਇੱਧਰ ਨੂੰ ਆਉਣ ਦੀ ਸਲਾਹ ਕੀਤੀ ਪਰ ਫਤਿਹ ਸ਼ਾਹ ਨੇ ਫਿਰ ਸਾਨੂੰ ਪਿਆਰ ਕਰਕੇ ਰੋਕ ਲਿਆ ਕਹਿੰਦਾ ਹੋਏ ਗ੍ਰੇਸ਼ਨ ਮੇਲ ਬਸਾਲਾ ਇਹ ਤਮੂਲ ਵੱਡ ਦੇਹੋ ਤਿਸ ਕਾਲਾ। ਅਸੀਂ ਕਿਹਾ ਵੀ ਆ ਤਮੋਲ ਸਾਹਮਣੇ ਅਸੀਂ ਜਾਈਏ ਔਰ ਕਹਿੰਦਾ ਨਹੀਂ ਜਦੋਂ ਸਾਰੇ ਪਹਾੜੀ ਇਕੱਠੇ ਹੋ ਗਏ ਨਾ ਫਿਰ ਵਿਖਾਵਾ ਕਰਾਂਗੇ ਦਾਜ ਦਾ ਤੇ ਉਦੋਂ ਤੁਸੀਂ ਇਹ ਜਿਹੜਾ ਦਿਓ ਤਾਂ ਕਿ ਦੂਜੇ ਪਹਾੜੀਆਂ ਨੂੰ ਵੀ ਪਤਾ ਲੱਗ ਜਾਵੇ ਜੀ। ਉਸਰਾ ਸੁਜਸ ਸਤਿਗੁਰੂ ਕੇਰਾ ਤਿਨ ਕੇ ਸਾਥ ਹੋਏ ਵੱਡ ਮੇਰਾ। ਔਰ ਫੇਰ ਗੁਰੂ ਦੀ ਸਿਫਤ ਹੋਵੇਗੀ ਨਾਲੇ ਉਹਦੇ ਨਾਲ ਮੇਰੀ ਵੀ ਵਡਿਆਈ ਹੋਵੇਗੀ। ਵਸਤ ਅਜਾਇਬ ਕੋ ਸਭ ਹੀ ਰਹੇ ਮਦ ਵਿਆਹ ਉਤਸਾਹ ਕਨੇਰਾ ਹੈ। ਔਰ ਇਹ ਜਿਹੜੀਆਂ ਅਨੋਖੀਆਂ ਵਸਤੂਆਂ ਗੁਰੂ ਸਾਹਿਬ ਨੇ ਭੇਜੀਆਂ ਹਨ ਸਾਰੇ ਵੇਖਣਗੇ ਸਮਾਗਮ ਸਾਡਾ ਹੋਰ ਵੀ ਜਿਹੜਾ ਹੈ ਉਤਸ਼ਾਹ ਵਾਲਾ ਬਣ ਜਾਵੇਗਾ ਖੁਸ਼ੀਆਂ ਹੋਰ ਵੀ ਵੱਧ ਜਾਣਗੀਆਂ ਜਦੋਂ ਸਾਰੇ ਪਹਾੜੀਆਂ ਨੂੰ ਦੱਸਾਂਗੇ ਬਈ ਇਹ ਲੱਖ ਰੁਪਏ ਦਾ ਸਮਾਨ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਹੈ। ਇਤਿਆਦਕ ਮਿਰਦ ਬਾਗ ਬਖਾਨੇ ਸੁਣ ਹਮ ਰਹੇ ਨੀਕ ਕਰ ਜਾਣਾ ਹੈ। ਉਹਨੇ ਇਸ ਤਰ੍ਹਾਂ ਮਿੱਠੇ ਬਚਨਾਂ ਵਿੱਚ ਸਾਨੂੰ ਕਿਹਾ ਵੀ ਰੁਕ ਜਾਓ ਕੋਈ ਨਹੀਂ 2 ਦਿਨ ਹੋਰ ਹੈ ਜਾਂ ਦਾਜ ਵਿਖਾਵਾ ਕਰਾਂਗੇ ਫਿਰ ਉਹਨਾਂ ਨੂੰ ਵਿਖਾ ਕੇ ਫਿਰ ਤੁਹਾਡੇ ਕੋਲੋਂ ਲਵਾਂਗੇ। ਅਸੀਂ ਸੋਚਿਆ ਚੱਲ ਠੀਕ ਹੈ ਰੁਕ ਜਾਂਦੇ ਆ। ਦਿਵਸ ਕਿਤਕ ਮੈਂ ਆਏ ਬਰਾਤੀ ਕਰਿਓ ਟਕਾਉ ਖਰਚ ਦਿਨ ਥਾਤੀ। ਤਾਂ ਮਹਾਰਾਜ ਕਈ ਦਿਨ ਫਿਰ ਭੀਮ ਚੰਦ ਵਰਗਿਆਂ ਨੂੰ ਪਹੁੰਚਣ ਤੇ ਲੱਗ ਗਏ। ਜਦੋਂ ਜਾ ਪਹੁੰਚੇ ਢੁੱਕੇ ਜਿਹੜਾ ਖਰਚਾ ਕਰਨਾ ਸੀ ਥੈਲੀਆਂ ਆਦਿ ਜੋ ਖਰਚ ਵਿਆਹ ਵਿੱਚ ਕਰਿਆ ਜਾਂਦਾ ਲੈਣ ਦੇਣ ਵਿਖਾਵਾ ਆਦਿ ਉਹ ਕਰਨਾ ਕੀਤਾ ਜੀ। ਨਿਜ ਨਿਜ ਰੀਤ ਕੀਨ ਦਿਸ਼ ਦੋ ਭਈ ਮਦਦ ਚਿਤ ਮੈਂ ਸਭ ਕੋ। ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਮਿਲਣੀ ਹੋਈ ਹੈ ਆਪਸ ਵਿੱਚ ਬੜੀਆਂ ਖੁਸ਼ ਹੋਈਆਂ ਦੋਨੇ ਪਾਰਟੀਆਂ ਦੋਨੇ ਬੜੇ ਖੁਸ਼ ਹੋਏ ਮਿਲ ਕੇ। ਦਾਇਜ ਦੇਨ ਦਿਵਸ ਜਬ ਆਇਓ ਪਠ ਮਾਨਵ ਕੋ ਹਮੈ ਬੁਲਾਇਓ। ਤੇ ਜਿਸ ਵੇਲੇ ਤਿਆਰੀ ਹੋਈ ਦਾਜ ਵਿਖਾਉਣ ਦੀ ਜਿਸ ਵੇਲੇ ਸਾਰਾ ਸਮਾਨ ਵਿਖਾ ਕੇ ਫਿਰ ਬੰਦ ਕਰਨਾ ਸੀ ਪੈਕ ਕਰਨਾ ਸੀਗਾ ਉਸ ਵੇਲੇ ਫਤਿਹ ਸ਼ਾਹ ਨੂੰ ਸਾਨੂੰ ਵੀ ਸੁਨੇਹਾ ਭੇਜ ਦਿੱਤਾ ਵੀ ਹੁਣ ਗੁਰੂ ਦੀਆਂ ਵਸਤਾਂ ਲੈ ਕੇ ਆਓ ਤੰਬੋਲ ਤਾਂ ਕਿ ਇੱਥੇ ਤੁਹਾਡਾ ਵੀ ਸਮਾਨ ਦਿਖਾ ਦਈਏ ਜੇ। ਗਇਓ ਆਪ ਕੋ ਹਮ ਲੈ ਗਏ ਫਰਸ਼ ਵਿਸ਼ਾਲ ਡਾਸ ਤਬ ਦਏ। ਉੱਥੇ ਸਾਰੇ ਵਿਛਾਈ ਕੀਤੀ ਪਈ ਸੀ ਧਰਤੀ ਦੇ ਉੱਤੇ ਸਾਰੀਆਂ ਚੀਜ਼ਾਂ ਜੋ ਕੁੜੀ ਨੂੰ ਦਾਜ ਵੀ ਦੇਣੀਆਂ ਸੀ ਉਹ ਰੱਖੀਆਂ ਪਈਆਂ ਸਨ। ਅਸੀਂ ਵੀ ਆਪ ਜੀ ਦੀਆਂ ਵਸਤੂਆਂ ਦਾ ਉੱਥੇ ਵਿਖਾਵਾ ਕਰਨ ਲਈ ਰੱਖ ਦਿੱਤਾ ਜੇ। ਵਸਤ ਅਜਾਇਬ ਦਬਦ ਖਰਾਈ ਸਰਵ ਗਰੰਦਰਨ ਦ੍ਰਿਸ਼ਟ ਲਗਾਈ। ਇਸ ਤਰ੍ਹਾਂ ਸਾਰੇ ਪਹਾੜੀਏ ਜਿਹੜੇ ਬਰਾਤ ਵਿੱਚ ਆਏ ਸਨ ਉਹ ਸਾਰਾ ਸਮਾਨ ਵੇਖਣ ਲੱਗੇ ਉਹਨੇ ਹੋਰ ਸਮਾਨ ਦਿਖਾਇਆ ਤੇ ਜਦੋਂ ਆਪ ਜੀ ਦੀਆਂ ਇਹ ਵਸਤੂਆਂ
ਅਜਾਇਬ ਕੀਮਤੀ ਵਿਖਾਉਣ ਲੱਗੇ। ਸਾਰੇ ਪਹਾੜੀਆਂ ਨੇ ਵੇਖੀਆਂ, ਬੜੇ ਖੁਸ਼ ਹੋਏ। ਊਚ ਨੀਚ ਤਬ ਲੱਗੇ ਸਰਾਹਨ, ਜੇ ਸਮ ਨਿਰਪ ਦਾਇਜ ਭੀ ਨਾਹਿਨ। ਔਰ ਉਸ ਦਾਜ ਨੂੰ ਦੇਖ ਕੇ, ਸਮਾਨ ਨੂੰ ਦੇਖ ਕੇ ਸਾਰੇ ਕਹਿੰਦੇ ਵੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਫਤਿਹ ਸ਼ਾਹ ਤੇ। ਗੁਰੂ ਸਾਹਿਬ ਦੇ ਸਮਾਨ ਦੇ ਸਾਹਮਣੇ ਤਾਂ ਬਾਕੀ ਦਾਜ ਫਿੱਕਾ ਲੱਗਦਾ ਹੈ। ਭੀਮ ਚੰਦ ਔਰ ਆਨੰਦ ਭਾਰੇ, ਮਨੁੱਖ ਸਮੀਪੀ ਬੂਝਨ ਕਰੇ। ਤੇ ਭੀਮ ਚੰਦ ਜਿਹੜਾ ਕੋਲ ਬੈਠਾ ਸੀਗਾ ਉਹ ਵੀ ਬੜਾ ਖੁਸ਼ ਹੋ ਰਿਹਾ ਸੀ, ਪਰ ਕੋਲੇ ਖੜੇ ਮਨੁੱਖਾਂ ਨੂੰ ਪੁੱਛਣ ਲੱਗਾ, ਪ੍ਰਥਕ ਦਿਖਾਇਵ ਇਹ ਕਿਸ ਕੀਰਾ, ਜਿਸ ਪਰ ਲਾਗਿਓ ਮੂਲ ਕਨੇਰਾ। ਕਹਿਣ ਲੱਗੇ ਯਾਰ ਆ ਅਲੱਗ ਜਿਹੜਾ ਦਾਜ ਦਿਖਾਇਆ ਇਹ ਕਿਹਦਾ ਦਾਜ ਹੈ? ਇਹ ਬੜਾ ਕੀਮਤੀ ਹੈ। ਅਬਲੋ ਭਾਟ ਪੁਕਾਰ ਸੁਨਾਇਓ, ਇਹ ਤਾਂ ਬੋਲ ਸਤਿਗੁਰੂ ਪਠਾਇਓ। ਤਾਂ ਲਾਗੀ ਜਿਹੜਾ ਦੱਸ ਰਿਹਾ ਸੀ ਸਮਾਨ ਬਾਰੇ, ਭਾਟ ਕਹਿੰਦੇ ਆ ਲਾਗੀ ਨੂੰ। ਭਾਟ ਗਾਉਣ ਵਾਲੇ ਵੀ ਹੁੰਦੇ ਆ, ਮਰਾਸੀ ਵੀ ਹੁੰਦੇ ਆ, ਭਾਟ ਲਾਗੀਆਂ ਨੂੰ ਵੀ ਕਹਿ ਦਿੰਦੇ ਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਲਾਗੀ ਕਹਿਣ ਲੱਗੇ ਆ, ਭਾਟ ਕਹਿਣ ਲੱਗੇ ਆ, ਇਹ ਜਿਹੜਾ ਤਮੋਲ ਹੈ 1 ਲੱਖ ਰੁਪਏ ਦਾ ਸਮਾਨ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਹੈ। ਸੁਣ ਖੁਣ ਸਿਓ ਮਨ ਮੂਰਖ ਮਾਨੀ, ਸਮਧੀ ਸਨ ਕਹਿ ਕਠਨ ਬਖਾਨੀ। ਬਸ ਇੰਨੀ ਗੱਲ ਸੁਣਦਿਆਂ ਹੀ, ਤੁਹਾਡਾ ਨਾਮ ਸੁਣਦਿਆਂ ਹੀ ਮੂਰਖ ਦੇ ਅੰਦਰ ਗੁੱਸਾ ਪੈਦਾ ਹੋ ਗਿਆ ਹੈ। ਆਪਣੇ ਸੰਬੰਧੀ ਫਤਿਹ ਸ਼ਾਹ ਨੂੰ ਕਹਿੰਦਾ, ਦੁਸ਼ਮਣ ਧੱਕ ਬਿਗਨ ਜਿਸ ਕੇਓ, ਇਹ ਤਾਂ ਐ ਬੇਕੂ ਪੰਥ ਨ ਦਿਓ। ਕਹਿਣ ਲੱਗਿਆ ਯਾਰ ਉਹ ਤਾਂ ਮੇਰਾ ਦੁਸ਼ਮਣ ਹੈ ਔਰ ਸਾਨੂੰ ਰਸਤਾ ਨਹੀਂ ਦਿੱਤਾ ਲੰਘਣ ਵਾਸਤੇ, ਤੇ ਇਧਰ ਉਹ ਮਿੱਤਰਤਾ ਵਿਖਾਉਂਦਾ ਹੈ। ਤਿਸਕੇ ਸੰਗ ਸਖਾਪਨ ਠਾਨਾ, ਇਹ ਵੀ ਮੇਰੋ ਸਤਰ ਮਹਾਨਾ। ਜੇ ਗੁਰੂ ਗੋਬਿੰਦ ਸਿੰਘ ਮੇਰਾ ਦੁਸ਼ਮਣ ਹੈ ਤੇ ਫਤਿਹ ਸ਼ਾਹ ਉਹਦਾ ਮਿੱਤਰ ਹੈ, ਤਾਂ ਇਹ ਫਤਿਹ ਸ਼ਾਹ ਵੀ ਮੇਰਾ ਦੁਸ਼ਮਣ ਹੈ। ਮੈਂ ਇਹਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ। ਡੋਰਾ ਤਿਆਗ ਚਲੋ ਨਿਜ ਦੇਸ਼, ਇਮਕੈ ਕੀਨ ਸਕੂਪ ਵਿਸ਼ੇਸ਼। ਔਰ ਕਹਿਣ ਲੱਗੇ ਆਪਣੇ ਬਰਾਤੀਆਂ ਨੂੰ, ਕਹਿੰਦੇ ਚਲੋ ਚੱਲੀਏ, ਆਪਾਂ ਇਹਨਾਂ ਦੀ ਲੜਕੀ ਨਹੀਂ ਲੈ ਕੇ ਜਾਂਦੇ, ਇੱਥੇ ਹੀ ਕੱਟਦੇ ਹਾਂ ਸੰਬੰਧ ਨੂੰ। ਤਬੈ ਕੂਚ ਬਜਵਾਏ ਨਗਾਰਾ, ਫਤਿਹ ਸ਼ਾਹ ਸੁਣ ਕਰ ਡਰ ਧਾਰਾ। ਔਰ ਉਸੇ ਵੇਲੇ ਉਹਨਾਂ ਨੇ ਕੂਚ ਦਾ ਨਗਾਰਾ ਵਜਾ ਦਿੱਤਾ, ਭਾਵ ਚਾਲੇ ਪਾਉਣ ਦੀ ਤਿਆਰੀ ਕਰ ਦਿੱਤੀ। ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਿਆ, ਦੀਨ ਬਾਗ ਤੇ ਕਹਿ ਜਨਮਾਨਾ, ਭੀਮ ਚੰਦ ਤਬ ਤਾਹੀ ਬਖਾਨਾ। ਔਰ ਜਦੋਂ ਸਤਕਾਰ ਸਹਿਤ ਫਤਿਹ ਸ਼ਾਹ ਨੇ ਰੋਕਿਆ ਵੀ ਕੀ ਗੱਲ ਹੈ ਭਾਈ ਸਾਹਿਬ, ਤੁਸੀਂ ਐਂ ਕੋ ਤਿਆਰੀ ਕਰਤੀ ਇੱਕਦਮ, ਤਾਂ ਭੀਮ ਚੰਦ ਕਹਿੰਦਾ, ਜੇ ਸਤਿਗੁਰ ਕੇ ਸੰਗ ਲੜਾਇ ਹੋ, ਸਪਟਨ ਛੀਨ ਸ਼ਾਸਤਰ ਅਸਲੈ ਹੋ। ਕਹਿਣ ਲੱਗੇ ਆ ਮੇਰੀ ਗੱਲ ਸੁਣ ਲਾ, ਜੇ ਤਾਂ ਮੇਰੇ ਨਾਲ ਕੁੜਮਾਚਾਰੀ ਰੱਖਣੀ ਹੈ, ਸੰਬੰਧ ਰੱਖਣਾ ਹੈ, ਤਾਂ ਤੈਨੂੰ ਗੁਰੂ ਸਾਹਿਬ ਨੂੰ ਤਿਆਗਣਾ ਪੈਣਾ ਹੈ। ਜੇ ਕੱਲ ਨੂੰ ਲੜਾਈ ਹੋ ਜਾਂਦੀ ਹੈ ਗੁਰੂ ਸਾਹਿਬ ਦੇ ਨਾਲ, ਤੇ ਤੂੰ ਨਾਲ ਸਾਡੇ ਰਲ ਕੇ ਲੜੇਗਾ, ਫਿਰ ਮੈਂ ਤੇਰੇ ਨਾਲ ਸੰਬੰਧੀ ਰੱਖਾਂਗਾ। ਤੂੰ ਰਸ ਰਹਿ ਤੂੰ ਰਾਰ ਮੂਰਾ, ਨਤ ਮੈਂ ਸ਼ੂਰ ਚਲੋ ਇਤ ਡੋਰਾ। ਫਿਰ ਮੈਂ ਤੇਰੇ ਨਾਲ ਵਿਆਹ ਦਾ ਸੰਬੰਧ ਰੱਖਾਂਗਾ ਕੁੜਮਾਚਾਰੀ ਦਾ, ਨਹੀਂ ਤਾਂ ਰੱਖ ਆਪਦਾ ਦਾਜ ਤੇ ਆਪਦਾ ਸਮਾਨ, ਮੈਂ ਨਹੀਂ ਲੈ ਕੇ ਜਾਣਾ ਜੀ। ਤਿਨਕੇ ਕਹੇ ਦੀਨ ਹੋਏ ਮਾਨੀ, ਕਾਹਲੂਰ ਪਤ ਜਥਾ ਬਖਾਨੀ। ਹੁਣ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਫਤਿਹ ਸ਼ਾਹ ਨੂੰ ਜਿਹੜਾ ਪ੍ਰੈਸ ਕੀਤਾ ਹੈ, ਤੇ ਆਖਰ ਉਹ ਲੜਕੀ ਦਾ ਬਾਪ ਸੀ, ਕਹਿੰਦੇ ਉਹਦੇ ਆਖੇ ਲਾ ਕੇ ਆਪ ਜੀ ਦੇ ਐਂਟੀ ਹੋ ਗਿਆ। ਹਿਮ ਗਿਨ ਫਤਿਹ ਸ਼ਾਹ ਜਬ ਆਇਓ, ਹਮਦਿਸ ਮੁਖ ਰੁਖ ਅਪਰ ਬਨਾਇਓ। ਤੇ ਜਦੋਂ ਭੀਮ ਚੰਦ ਨਾਲ ਗੱਲ ਕਰਕੇ, ਜਿੱਥੇ ਬਰਾਤੀ ਉਤਰੇ ਹੋਏ ਸਨ ਉੱਥੇ ਗੱਲ ਕਰਕੇ ਸਾਡੇ ਕੋਲ ਦੀ ਲੰਘਣ ਲੱਗਿਆ, ਉਹਨੇ ਮੂੰਹ ਹੀ ਫੇਰ ਲਿਆ, ਉਹਦੇ ਤੌਰ ਬਦਲ ਗਏ, ਉਹਦਾ ਰੁੱਖ ਬਦਲ ਗਿਆ, ਸੁਭਾਅ ਬਦਲ ਗਿਆ। ਕਿਰਪਾਪ ਕੀਤੀ ਹਮ ਜਾਨਾ, ਭਇਓ ਬਮੁਖ ਰਿਪਕੂ ਬਚ ਮਾਨਾ। ਔਰ ਤੁਹਾਡੀ ਕਿਰਪਾ ਨਾਲ ਸਾਨੂੰ ਜੱਜਮੈਂਟ ਹੋ ਗਈ ਥੋੜੀ ਜੀ, ਵੀ ਇਹ ਬੰਦਾ ਬੇਮੁਖ ਹੋ ਗਿਆ ਹੈ, ਇਹਦੇ ਅੰਦਰੋਂ ਗੁਰੂ ਦਾ ਪਿਆਰ ਖਤਮ ਹੋ ਗਿਆ ਜੀ। ਕਹਿਓ ਨਾ ਦੇਨ ਦਾਜ ਕੋ ਤਬੈ, ਕਰਿਓ ਸਕੇਲਣ ਤੂਰਨ ਸਭੈ। ਫਿਰ ਅਸੀਂ ਸਲਾਹ ਕੀਤੀ ਵੀ ਜਦ ਬੰਦਾ ਅੱਜ ਬੇਮੁਖ ਹੀ ਹੋ ਗਿਆ ਗੁਰੂ ਤੋਂ, ਫਿਰ ਉਹਨੂੰ ਕੋਈ ਵਸਤੂ ਨਹੀਂ ਦੇਣੀ ਚਾਹੀਦੀ। ਇਸ ਕਰਕੇ ਮੈਂ ਤੇ ਦਇਆਰਾਮ ਹੋਰਾਂ ਨੇ ਸਲਾਹ ਕੀਤੀ, ਅਸੀਂ ਸਾਰਾ ਤਮੋਲ ਦਾ ਸਮਾਨ ਜੋ ਕੱਢ ਕੇ ਰੱਖਿਆ ਪਿਆ ਸੀ ਉਹ ਇਕੱਤਰ ਕਰ ਲਿਆ ਜੀ। ਜਿਸ ਪਟਨ ਸਾਵਧਾਨ ਬਣਾਏ, ਸਿਵਰ ਆਪਣੇ ਤਤ ਛਨਿਆਏ। ਔਰ ਆਪਣੀ ਫੌਜ ਨੂੰ ਸਾਵਧਾਨ ਕੀਤਾ, ਤੇ ਅਸੀਂ ਚਾਕੀ ਉਹ ਤਮੋਲ ਜਿਹੜਾ ਸੀਗਾ ਆਪਣੇ ਪੜਾ ਤੇ ਤੰਬੂਆਂ ਵਿੱਚ ਲੈ ਆਏ ਜੀ। ਦੀਨ ਤੁਰੰਗ ਮੰਡਾਰ ਉਤਾਲੇ, ਭਈ ਤਿਆਰ ਹਥਿਆਰ ਸੰਭਾਲੇ। ਔਰ ਅਸੀਂ ਸਮਾਨ ਸਾਰਾ ਘੋੜੇ ਦੇ ਉੱਤੇ ਲੱਦਿਆ,
ਔਰ ਘੋੜਿਆਂ ਦੇ ਪਾ ਕੇ ਕਾਠੀਆਂ ਤੇ ਸ਼ਸਤਰ ਧਾਰਨ ਕਰਕੇ ਸਰੀਰ ਦੇ ਉੱਤੇ ਅਸੀਂ ਚਾਲੇ ਪਾ ਦਿੱਤੇ ਜੀ। ਅਬ ਇੱਕ ਨਰ ਤੂਰ ਨਹੀਂ ਆਵਾ ਮੰਤਰ ਗ੍ਰੇਸ਼ਨ ਕੀਨ ਬਤਾਵਾ। ਤਾਂ ਫੇਰ ਕਿਸੇ ਮਨੁੱਖ ਨੇ ਸਾਨੂੰ ਆ ਕੇ ਦੱਸ ਦਿੱਤਾ ਔਰ ਜਾ ਕੇ ਪਹਾੜੀਆਂ ਨੂੰ ਵੀ ਦੱਸ ਦਿੱਤਾ। ਕਿਉਂ ਤੁਮ ਬਿਲ ਮੇ ਕਰਹੁ ਬਿਆਨਾ ਨਤ ਘਾਟਾ ਰੂਕਨ ਕੋ ਠਾਨਾ। ਸਾਨੂੰ ਕਿਸੇ ਮਨੁੱਖ ਨੇ ਆ ਕੇ ਦੱਸਤਾ, ਕਿਉਂਕਿ ਉਧਰ ਰਾਜਿਆਂ ਨੇ ਸਲਾਹ ਕਰ ਲਈ ਬਈ ਇਹਨਾਂ ਦਾ ਸਮਾਨ ਜਾਣ ਨਹੀਂ ਦੇਣਾ, ਤੇ ਕਿਸੇ ਮਨੁੱਖ ਨੇ ਸ਼ਿਰਨਸ ਦੱਸਤਾ ਕਿ ਤੁਹਾਨੂੰ ਰੋਕਣਗੇ, ਉਹ ਜਿਹੜਾ ਭੀੜਾ ਰਸਤਾ ਹੈ ਉੱਥੋਂ ਲੰਘਣ ਨਹੀਂ ਦੇਣਾ, ਤੇ ਤੁਸੀਂ ਤਿਆਰੀ ਕਰੋ। ਸਭ ਰਾਜਨ ਕੀ ਸੈਨਾ ਤਿਆਰੀ ਕਰਿਓ ਚਾਹੇ ਸਭ ਲੂਟ ਤੁਮਾਰੀ। ਉਹ ਤੁਹਾਨੂੰ ਲੁੱਟਣਗੇ, ਤੁਹਾਡੇ ਘੋੜੇ ਵੀ ਲੁੱਟਣਗੇ, ਸਮਾਨ ਵੀ ਲੁੱਟਣਗੇ। ਤੁਹਾਡੀ ਕਿਰਪਾ ਨਾਲ ਕਿਸੇ ਮਨੁੱਖ ਨੇ ਸਾਨੂੰ ਆ ਕੇ ਜਦੋਂ ਦੱਸਿਆ, ਆਏ ਹਥਿਆਰ ਜਾਨ ਨੇ ਦੇ ਹੈ ਰੁਕ ਜਾਏ ਹੈ ਕੁਝ ਬਸ ਨ ਬਸਾਏ ਹੈ। ਔਰ ਜੇ ਤੁਸੀਂ ਉਸ ਗੇਟ ਤੇ ਫਸ ਗਏ, ਤੁਹਾਨੂੰ ਉਹ ਰਸਤਾ ਨਾ ਲੰਘਣ ਦਿੱਤਾ, ਫਿਰ ਤੁਹਾਡੇ ਕੋਲੋਂ ਸਾਰਾ ਕੁਝ ਖੋਹ ਲੈਣਾ ਜੀ। ਕੇਤਕ ਪਠ ਦੀਨੇ ਤਹ ਵੀਰ ਚੜੋ ਤੁਰਤ ਅਬ ਪਾਏ ਬਹੀਰ। ਔਰ ਉਸਨੇ ਕੁਝ ਫੌਜ ਭੇਜ ਵੀ ਦਿੱਤੀ ਹੈ, ਤੇ ਤੁਸੀਂ ਵੀ ਇੱਥੋਂ ਨਿਕਲ ਜਾਓ ਫਟਾਫਟ ਉਹ ਗੇਟ ਚੋਂ। ਹਮ ਚਿੰਤਾ ਤੁਰ ਅਤਿਸ਼ੈ ਭਏ ਬਾਗ ਤੁਮਾਰੇ ਸਿਮਰਨ ਕੀਏ। ਔਰ ਅਸੀਂ ਬੜੇ ਚਿੰਤਾਤੁਰ ਹੋਏ, ਪਰ ਤੁਹਾਡੇ ਜਦ ਬਚਨ ਯਾਦ ਆਏ ਸਾਨੂੰ। ਤੁਰਤ ਅਰੋਹੇ ਹੋਏ ਕਰ ਚਾਲੇ ਪਿਖੇ ਪਹਾੜੀ ਆਵਤ ਜਾਲੇ। ਅਸੀਂ ਤੁਰੰਤ ਘੋੜਿਆਂ ਤੇ ਸਵਾਰ ਹੋਏ, ਅੱਡੀ ਲਾਈ ਤੇ ਉਸ ਰਸਤੇ ਪੈ ਗਏ ਜੇ। ਐਨ ਤਵਾਈ ਪੰਥ ਤਸਿਆਏ ਅਲਪ ਦੇਖ ਹਮ ਤੁਮਕ ਚਲਾਏ। ਔਰ ਪਹਾੜੀਏ ਵੀ ਆ ਰਹੇ ਸਨ, ਕੱਲੇ ਕੱਲੇ ਕਰਕੇ ਅਨੇਕਾਂ ਪਹਾੜੀਏ ਵੀ ਮਗਰ ਆਉਂਦੇ ਵੇਖੇ। ਔਰ ਅਸੀਂ ਜਿਹੜੇ ਸਾਂ ਜਦੋਂ ਗੇਟ ਤੇ ਪਹੁੰਚੇ, ਉਸ ਘਾਟ ਤੇ ਪਹੁੰਚੇ, ਤਾਂ ਕੁਝ ਪਹਾੜੀਏ ਉੱਥੇ ਖੜੇ ਸਨ। ਅਸੀਂ ਬੰਦੂਕਾਂ ਚਲਾ ਦਿੱਤੀਆਂ ਜੀ। ਜਬੈ ਸ਼ਲਖ ਕੋ ਸ਼ਬਦ ਉਠਾਵਾ ਥਾਲ ਥਾਲ ਮੈਂ ਦਲ ਅਟਕ ਰਹਾਵਾ। ਜਦੋਂ ਸਾਡੀਆਂ ਬੰਦੂਕਾਂ ਦੀ ਆਵਾਜ਼ ਆਈ, ਸ਼ਲਕ ਹੁੰਦੀ ਆ ਇਕੱਠੀਆਂ 150 ਬੰਦੂਕਾਂ ਚਲਾ ਦੇਣੀਆਂ। ਜਦੋਂ ਕਹਿੰਦੇ ਸਾਡੀਆਂ ਬੰਦੂਕਾਂ ਦੀ ਆਵਾਜ਼ ਆਈ, ਉਹ ਪਹਾੜੀਏ ਜਿੱਥੇ ਖੜੇ ਸਨ ਉੱਥੇ ਖੜ ਗਏ। ਆਗੇ ਅਰੇ ਕੁਸ਼ਕ ਜੇ ਵੀਰ ਤਨ ਪਰ ਤਿਆਗੇ ਤੁਪ ਕਰੋ ਤੀਰ। ਤੇ ਜਿਹੜੇ 5-7 10-20 ਪਹਾੜੀਏ ਸਾਡੇ ਅੱਗੇ ਅੜੇ, ਅਸੀਂ ਉਹਨਾਂ ਦੇ ਗੋਲੀਆਂ ਤੀਰ ਚਲਾ ਦਿੱਤੇ ਜੀ। ਕਿਤਕ ਮਰੇ ਘਾਇਲ ਕੋ ਭਾਏ ਹਮਰੋ ਆਗਾ ਤਜ ਕਰ ਗਏ। ਕਈ ਮਰ ਗਏ, ਕਈ ਜ਼ਖਮੀ ਹੋ ਗਏ, ਤੇ ਬਾਕੀ ਦੇ ਸਾਡਾ ਰਸਤਾ ਛੱਡ ਕੇ ਪਾਸੇ ਹੋ ਗਏ ਜੀ। ਫਤਿਹ ਪਾਏ ਗੁਰ ਬਣੇ ਸਹਾਈ ਇਸ ਬਿਦ ਪਹੁੰਚੇ ਆਨ ਅਥਾਈ। ਤੁਸੀਂ ਕਿਰਪਾ ਕੀਤੀ, ਸਾਡੀ ਜਿੱਤ ਹੋਈ, ਤੇ ਹੁਣ ਤੁਹਾਡੇ ਕੋਲ ਪਹੁੰਚ ਗਏ ਜੀ। ਸਗਲ ਭੇਦ ਹਮ ਸੁਣ ਕਰ ਆਏ ਮੰਤਰ ਕੀਨ ਸਭ ਮਿਲ ਗੁਰ ਰਾਏ। ਇਸ ਤਰ੍ਹਾਂ ਮਹਾਰਾਜ ਸਾਰਾ ਭੇਤ ਜਿਹੜਾ ਹੈ ਅਸੀਂ ਉੱਥੇ ਲੈ ਕੇ ਆਏ ਹਾਂ। ਸਾਰੇ ਪਹਾੜੀਆਂ ਨੇ ਇਹ ਸਲਾਹ ਕਰ ਲਈ ਹੈ। ਫਤਿਹ ਸ਼ਾਹ ਸੋ ਤਬ ਠਹਿਰਾਈ ਜਾਏ ਪ੍ਰਥਮ ਤੂੰ ਪਾਏ ਲੜਾਈ। ਭੀਮ ਚੰਦ ਦੇ ਨਾਲ ਸਲਾਹ ਕੀਤੀ ਆ ਫਤਿਹ ਸ਼ਾਹ ਦੀ। ਇਹ ਸਲਾਹ ਹੋਈ ਹੈ ਕਿ ਫਤਿਹ ਸ਼ਾਹ ਪਹਿਲਾਂ ਤੂੰ ਲੜਾਈ ਸ਼ੁਰੂ ਕਰੀ, ਫਿਰ ਅਸੀਂ ਆ ਜਾਵਾਂਗੇ ਸਾਰੇ। ਭੀਮ ਚੰਦ ਕੇ ਹਰਖ ਕਰਨ ਕੋ ਭਈ ਤਿਆਰ ਆਏ ਲਰਨ ਕੋ। ਤੇ ਮਹਾਰਾਜ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਫਤਿਹ ਸ਼ਾਹ ਨੇ ਆਪਣੇ ਕੁੜਮ ਦੀ ਇੱਜ਼ਤ ਰੱਖਣ ਵਾਸਤੇ ਹੁਣ ਆਪਣੇ ਨਾਲ ਲੜਨ ਵਾਸਤੇ ਆਉਣਗੇ। ਬਾਟ ਦੀਨ ਬਾਰੂਦ ਸੋ ਗੋਰੀ ਆਇਓ ਲਖੋ ਆਪ ਕੀ ਓਰੀ। ਔਰ ਉਹ ਜਲਦੀ ਹੀ ਆਪਣੀਆਂ ਫੌਜਾਂ ਨੂੰ ਗੋਲੀ ਛਿੱਕਾ ਬਰੂਦ ਵੰਡ ਕੇ ਸ਼ਸਤਰ ਦੇ ਕੇ ਲੜਨ ਵਾਸਤੇ ਆਉਣਗੇ ਜੀ। ਸਾਵਧਾਨ ਨਿਜ ਦਲ ਕੋ ਕਰੀਆ ਹੈ ਜੰਗ ਮਚਾਵਨ ਤਿਆਰੀ ਧਰੀਆ ਹੈ। ਇਹ ਮਹਾਰਾਜ ਆਪਣੀਆਂ ਫੌਜਾਂ ਨੂੰ ਤਿਆਰ ਪ੍ਰਤਿਆਰ ਕਰ ਲਓ, ਕਦੇ ਵੀ ਜੰਗ ਹੋ ਸਕਦਾ ਜੀ। ਜਿਮ ਹਮ ਕੋ ਆਇਓ ਲਖ ਲੀਨੋ ਫਤਿਹ ਸ਼ਾਹ ਤੈਸੇ ਤੁਮ ਚੀਨੋ। ਜਿਸ ਤਰ੍ਹਾਂ ਆਪ ਜੀ ਦੀ ਕਿਰਪਾ ਸਦਕਾ ਅਸੀਂ ਪਹੁੰਚ ਗਏ ਹਾਂ, ਇਸੇ ਤਰ੍ਹਾਂ ਹੀ ਫਤਿਹ ਸ਼ਾਹ ਨੂੰ ਵੀ ਆਉਂਦਾ ਹੀ ਸਮਝੋ। ਗਨ ਰਾਜਨ ਕੀ ਚਮੂ ਬਟੋਰੀ ਕਰਿਓ ਕੂਚਾਵਤੇ ਤੋ ਓਰੀ। ਔਰ ਬਹੁਤ ਸਾਰੀ ਫੌਜ ਆ ਉਹਨਾਂ ਦੇ ਨਾਲ ਰਾਜਿਆਂ ਦੀ, ਕਿਉਂਕਿ ਬਰਾਤੀ ਬਣ ਕੇ ਕੁਦਰਤੀ ਇਕੱਠੇ ਹੋ ਕੇ ਆਏ ਆ। ਸ਼ਾਇਦ ਇਧਰ ਨੂੰ ਆ ਜਾਣ। ਕਲਗੀ ਧਰ ਸੁਣ ਕਰਤ ਸਕਾਲਾ ਫਰ ਕੁੱਠੀ ਜੁਗ ਭੁਜਾ ਬਸਾਲਾ। ਔਰ ਸਤਿਗੁਰਾਂ ਦੇ ਇਹ ਬਚਨ ਕੰਨ ਵਿੱਚ ਪੈਂਦਿਆਂ ਹੀ ਉਹਨਾਂ ਦੀਆਂ ਬਾਹਾਂ, ਉਹਨਾਂ ਦੇ ਡੋਲੇ ਫਰਕਣ ਲੱਗੇ ਜੀ। ਗਰਜਤ ਸਭਾ ਵਿਖੇ ਬਚ ਪਾਖਾ ਸ੍ਰੀ ਅਸ ਤੁਜ ਪਰਵੈ ਹਮ ਕਾਖਾ। ਸਤਿਗੁਰੂ ਪਾਤਸ਼ਾਹ ਜੀ ਜੋਸ਼ ਦੇ ਨਾਲ ਕਹਿੰਦੇ ਹੋ ਪਰਮੇਸ਼ਰ ਨੇ ਸਾਡੀ ਇੱਛਾ ਪੂਰੀ ਕੀਤੀ ਆ।
ਅਸੀਂ ਤਾਂ ਕਿੱਡੇ ਦੀ ਜੰਗ ਭਾਲਦੇ ਸੀ। ਜਬ ਪਹੁੰਚੇ ਰਣ ਖੇਤ ਪਹਾੜੀ ਇਮ ਕਰੇ ਹੂੰ ਸ਼ਸਤਰ ਗਨ ਮਾਰੀ ਆਉਂਦੇ ਜੰਗ ਦੇ ਮੈਦਾਨ ਵਿੱਚ ਇਹਨਾਂ ਪਹਾੜੀਆਂ ਨੂੰ ਵੱਢ ਕੇ ਟੋਟੇ ਕਰਾਂਗੇ। ਸਰੋਣਤ ਪਾਨ ਕਰੈ ਬਹੁ ਧਰਨੀ ਹਵਾਇ ਜੈ ਹੈ ਤੈ ਲੋਹਿਤ ਬਰਨੀ ਔਰ ਇਹ ਧਰਤੀ ਬਹੁਤ ਸਾਰਾ ਲਹੂ ਪੀਵੇਗੀ। ਧਰਤੀ ਦਾ ਰੰਗ ਜਿਹੜਾ ਹੈ ਤਾਂਬੇ ਵਾਂਗ ਲਾਲ ਕਰ ਦਿਆਂਗੇ। ਰੁੰਡ ਮੁੰਡ ਗਣ ਕਹਿ ਕਰ ਦੂ ਹੈ ਹਾਥ ਪਾਏ ਕਾਟਤ ਬਿਥ ਰੋ ਹੈ ਔਰ ਇਹਨਾਂ ਨੂੰ ਰੁੰਡ ਮੁੰਡ ਕਰਕੇ ਭਾਵ ਟੋਟੇ ਕਰਕੇ ਇਹਨਾਂ ਦੇ ਹੱਥ ਪੈਰ ਇਹਨਾਂ ਦੇ ਸਿਰ ਕੱਟ ਕੇ ਜੰਗ ਦੇ ਮੈਦਾਨ ਵਿੱਚ ਬਿਥਰਾ ਹੈ ਖਲਿਆਰਾ ਪਾ ਦਿਆਂਗੇ। ਬਹੁ ਦਿਨ ਕੋ ਮਮ ਕੂਪ ਵਿਸਾਲਾ ਫਤਿਹ ਸ਼ਾਹ ਪਰ ਤਜੂ ਕਰਾਲਾ ਔਰ ਮੇਰਾ ਜਿਹੜਾ ਗੁੱਸਾ ਕਈ ਦਿਨਾਂ ਦਾ ਮੈਂ ਇਕੱਠਾ ਕਰੀ ਬੈਠਾ ਇਹ ਸਾਰਾ ਹੁਣ ਫਤਿਹ ਸ਼ਾਹ ਤੇ ਕੱਢਾਂਗਾ। ਭੀਮ ਚੰਦ ਕੇ ਕੋ ਜੇ ਕਬਾਰੀ ਕਰੂੰ ਬਲੂਕਣ ਜੰਗ ਮਝਾਰੀ ਅਜੇ ਮੈਂ ਭੀਮ ਚੰਦ ਨੂੰ ਵੇਖਿਆ ਨਹੀਂ, ਇੱਕ ਵਾਰੀ ਮੈਂ ਜੰਗ 'ਚ ਦੇਖ ਤਾਂ ਲਵਾਂ ਕਿਹੜਾ ਇਹ। ਐਸੇ ਤਜ ਹੂੰ ਬਾਣ ਕਰਾਰੇ ਵੇਦ ਸ਼ਰੀਰਨ ਪਰ ਹੈ ਪਾਰੇ ਇਹਨੂੰ ਇਹੋ ਜਿਹੇ ਤੀਰਾਂ ਨਾਲ ਬਿੱਲੂਗਾ ਕਿ ਤੀਰਾਂ ਦੀ ਵਾਛੜ ਕਰ ਦਿਆਂਗਾ। ਸਿਰੇ ਅਗਾਰੀ ਦਹਿ ਪ੍ਰਾਣ ਨਦ ਭਾਜੈ ਰਣ ਤਿਆਗ ਮਹਾਨ ਜੇ ਤਾਂ ਅੜ ਗਿਆ ਮੇਰੇ ਤੀਰਾਂ ਅੱਗੇ ਤਾਂ ਫਿਰ ਤਾਂ ਜੰਗ ਦੇ ਮੈਦਾਨ ਵਿੱਚ ਹੀ ਇਹਦੇ ਪ੍ਰਾਣ ਨਿਕਲ ਜਾਣੇ ਐ, ਤੇ ਜੇ ਇਹ ਗਿੱਦੜਾਂ ਵਾਂਗੂ ਭੱਜ ਗਿਆ ਫਿਰ ਭਾਵੇਂ ਬਚ ਜਾਵੇ। ਇਮ ਕਹਿ ਕਰ ਗੁਰ ਸਭਾ ਮਝਾਰਾ ਸੰਗ ਮੁਸੰਦਨ ਹੁਕਮ ਉਚਾਰਾ ਇਸ ਤਰ੍ਹਾਂ ਸਤਿਗੁਰੂ ਸਭਾ ਦੇ ਵਿੱਚ ਜੋਸ਼ ਦੇ ਨਾਲ ਸਾਰੇ ਸਿੰਘਾਂ ਨੂੰ ਸਾਰੇ ਸਿੱਖਾਂ ਨੂੰ ਹੁਕਮ ਸੁਣਾਉਣ ਲੱਗੇ ਜੀ। ਤਿਆਰੀ ਦਿਕ ਜੰਗ ਕੀ ਧਰੀਐ ਹੈ ਗੁਲਕਾਂ ਬਰਿੰਦ ਬਰੂਦ ਹੈ ਕਰੀਐ ਲੋ ਵੀ ਸਿੱਖੋ ਤਿਆਰੀਆਂ ਕਰ ਲੋ, ਫਿਰ ਗੋਲੀਆਂ ਬੰਦੂਕਾਂ ਬਰੂਦ ਆਦਿ ਸਾਰੇ ਆਪੋ ਆਪਣਾ ਇਕੱਠਾ ਕਰ ਲੋ ਜੀ। ਈਤ ਫੰਗਣ ਤੂਮਰ ਭਾਲੇ ਤਨਖ ਬਾਨ ਦੀਜੈ ਭਟ ਜਾਲੇ ਸਾਰੀਆਂ ਫੌਜਾਂ ਨੂੰ ਤੀਰ ਬੰਦੂਕਾਂ ਵਰਸ਼ੇ ਕਿਰਪਾਨਾਂ ਜਿਹਦੇ ਕੋਲੇ ਜੋ ਸ਼ਾਸਤਰਾਂ ਦੀ ਲੋੜ ਆ ਵੰਡ ਦਿਓ। ਇਮ ਬੋਲਤ ਬੋ ਦਿਓ ਪ੍ਰਤਾਪਾ ਜਿਸ ਤੇ ਸਤਰ ਬਰਿੰਦ ਹੋਏ ਖਾਪਾ ਹਾਂ, ਸਤਿਗੁਰਾਂ ਦੀ ਆਵਾਜ਼ ਦੇ ਵਿੱਚ ਇੰਨਾ ਜੋਸ਼ ਹੈ ਕਿ ਲੱਗਦਾ ਦੁਸ਼ਮਣ ਨੂੰ ਖਪਾ ਕੇ ਹੀ ਹਟਣਗੇ। ਮੁਖਗੁਰ ਕੋ ਇਮ ਦੀਖਣ ਲਾਗਾ ਮਨੋ ਵੀਰ ਰਸ ਪਤਿਓ ਜਾਗਾ ਔਰ ਜਦੋਂ ਗੁਰੂ ਜੀ ਦਾ ਇਹ ਸੁੰਦਰ ਸਰੂਪ ਗੁਰੂ ਪਿਆਰਿਓ ਚਮਕਣ ਲੱਗਿਆ ਜੋਸ਼ ਦੇ ਨਾਲ, ਮਾਨੋ ਸਾਰਾ ਵੀਰ ਰਸ ਚਿਹਰੇ ਤੇ ਜਾਗ ਪਿਆ ਹੋਵੇ। ਦਇਆ ਰਾਮ ਪ੍ਰੋਹਿਤ ਇਮ ਬੂਲਾ ਸੁਣੋ ਪ੍ਰਭੂ ਭਾ ਰਾਜਨ ਟੋਲਾ ਔਰ ਦਇਆ ਰਾਮ ਜੀ ਕਹਿਣ ਲੱਗੇ ਮਹਾਰਾਜ ਸੁਣੋ ਇਹਨਾਂ ਪਹਾੜੀ ਰਾਜਿਆਂ ਬਾਰੇ। ਦੀਰਘ ਭੀਮ ਚੰਦ ਕਹਿਲੂਰੀ ਜਸਟਗ ਭਈ ਬਾਹਣੀ ਪੂਰੀ ਔਰ ਵੱਡਾ ਤਾਂ ਇਹਨਾਂ ਚੋਂ ਹੈ ਭੀਮ ਚੰਦ ਜਿਹਦੇ ਕੋਲੇ ਬਹੁਤੀ ਫੌਜ ਹੈ। ਸਭ ਗ੍ਰਾਮਣ ਕੀ ਸ਼ੇਰ ਹਕਾਰੀ ਸੁਣ ਪਹੁੰਚੀ ਗਨ ਸ਼ਾਸਤਰਨ ਧਾਰੀ ਔਰ ਬਰਾਤ ਦੇ ਵਿੱਚ ਸਾਰੇ ਪਿੰਡਾਂ ਦੇ ਜਵਾਕਾਂ ਨੂੰ ਵੀ ਇਕੱਠੇ ਕਰਕੇ ਲਿਆਇਆ ਹੈ। ਪੁੰਨ ਕਟੋਚਿਆ ਨਾਮ ਕਿਰਪਾਲੰ ਆਰ ਗੁਲੇਰੀਆ ਸਦਲ ਗੋਪਾਲੰ ਕਟੌਚੀਆ ਕਿਰਪਾਲ ਚੰਦ ਕਟੌਚ ਦਾ ਰਾਜਾ ਹੈ ਤੇ ਨਾਲ ਗੁਲੇਰ ਦਾ ਰਾਜਾ ਗੋਪਾਲ ਹੈ। ਇਹਨਾਂ ਦੋਹੀਆਂ ਨਾ ਬਹੁ ਵੀਰ ਸਕੇਲੇ ਆਏ ਮਿਲੇ ਗੁਣ ਆਯੁਧ ਲੈ ਲੇ ਔਰ ਇਹਨਾਂ ਦੇ ਨਾਲ ਵੀ ਕਾਫੀ ਯੋਧੇ ਆਏ ਹਨ ਸ਼ਸਤਰਧਾਰੀ ਬਰਾਤ ਵਿੱਚ। ਨਿਰਪ ਹੰਡੂਰੀਆ ਅਰਜ ਸਵਾਲ ਇਨਕਾ ਸੰਗ ਸੁਪਟ ਹੈ ਜਾਲ ਹੰਡੂਰ ਦਾ ਰਾਜਾ ਜਸਵਾਲ ਦਾ ਰਾਜਾ ਇਹਨਾਂ ਦੇ ਨਾਲ ਵੀ ਥੋੜੀ ਥੋੜੀ ਫੌਜ ਹੈ। ਸਭ ਰਾਮ ਰਸੂ ਚਹ ਲੜਾਈ ਫਤਿਹ ਸ਼ੌਕੂ ਕਰ ਗਵਾਈ ਬਸ ਇਹ ਸਾਰੇ ਹੀ ਤੁਹਾਡੇ ਨਾਲ ਲੜਨਾ ਚਾਹੁੰਦੇ ਆ ਫਤਿਹ ਚਾਹ ਨੂੰ ਮੂਹਰੇ ਕਰਕੇ। ਨਗਰ ਪਾਵਟੇ ਕੋ ਚੜਿਆ ਮੈਂ ਇਹ ਆਛੀ ਮੁਝ ਬਾਤ ਨਾ ਭਾਵੈ ਇਹ ਮਹਾਰਾਜ ਜੇ ਇੱਥੇ ਆਪਣੇ ਵਸਾਏ ਨਗਰ ਪੌਂਟਾ ਸਾਹਿਬ ਤੇ ਚੜ ਕੇ ਆ ਗਏ ਤੇ ਆਪਣੇ ਪੌਂਟਾ ਸਾਹਿਬ ਲੜਨਾ ਠੀਕ ਨਹੀਂ ਮੇਰਾ ਖਿਆਲ ਹੈ। ਹਮਰੇ ਨਿਕਟ ਪਰ ਨਹਿ ਖੇਤ ਆਪ ਚਲੋ ਆ ਗਏ ਸਹੀਤ ਕਿਉਂ ਨਾ ਆਪਾਂ ਪੌਂਟਾ ਸਾਹਿਬ ਤੋਂ ਥੋੜਾ ਅੱਗੇ ਜਾ ਕੇ ਲੜਾਈ ਕਰੀਏ ਦੁਸ਼ਟਾਂ ਨਾਲ। ਸੁਣ ਕਰ ਸਤਗੁਰ ਵਿਪਰ ਸਰਾਹਾ ਸੁਮਤਵੰਤ ਗਾਨ ਸੁਪਟਣ ਮਾਹਾ ਸਤਿਗੁਰੂ ਪਾਤਸ਼ਾਹ ਕਹਿੰਦੇ ਦਇਆ ਰਾਮ ਤੂੰ ਵੀ ਫੌਜੀਆਂ ਦੇ ਵਿੱਚੋਂ ਸਿਆਣਾ ਫੌਜੀ ਆ ਮੇਰਾ, ਠੀਕ ਹੈ ਤੇਰੀ ਗੱਲ। ਨਿਪੁੰਨ ਬੁੱਧ ਸੰਗਰਾਮ ਕਰਨ ਕੀ ਯਥਾ ਰੀਤ ਛਤਰੀ ਸੁਭਰਨ ਕੀ ਵਾਕਿਆ ਤੇਰੇ ਅੰਦਰ ਜੰਗ ਕਰਨ ਦੀ ਬੁੱਧੀ ਹੈ, ਤੇਜ ਛਤਰੀਆਂ ਵਾਲੀ ਬੁੱਧੀ ਹੈ। ਜਿਵੇਂ ਭਾਰਤ ਮੈਂ ਦਰੋਣ ਪ੍ਰਵੀਨਾ ਹਤੇ ਅਨੇਕ ਛਤਰ ਜਸ ਲੀਨਾ ਜਿਵੇਂ ਭਾਰਤ ਵਿੱਚ ਦਰੋਣਾਚਾਰੀਆ ਪ੍ਰਵੀਨ ਮੰਨਿਆ ਜਾਂਦਾ ਸੀ,
ਤੂੰ ਵੀ ਉਸੇ ਤਰ੍ਹਾਂ ਸਿਆਣਾ ਹੈ। ਤਥਾ ਗਰਿੰਦਰਨ ਕੇ ਰਨ ਲਰਬੇ ਬੁੱਧ ਬਲ ਸਾਥ ਕਰੋ ਹਿਪ ਹਰਬੇ। ਉਸੇ ਤਰ੍ਹਾਂ ਹੀ ਜਿਵੇਂ ਦਰੋਣਾਚਾਰੀ ਆ ਉਹਨਾਂ ਦਾ ਯੋਧਾ ਸੀ, ਤੂੰ ਮੇਰਾ ਉਹ ਯੋਧਾ ਹੈ। ਔਰ ਆਪਾਂ ਪਹਾੜੀ ਰਾਜਿਆਂ ਨੂੰ ਉਸੇ ਤਰ੍ਹਾਂ ਮਾਰਨਾ ਜਿਵੇਂ ਕਮਸਾਨ ਦਾ ਯੁੱਧ ਉਹਨਾਂ ਨੇ ਲੜਿਆ ਸੀ। ਨਗਰ ਪਾਵਟੇ ਨਿਕਟ ਨ ਲਰੈ ਕਹਾਂ ਤਰਾਸ ਸ਼ਤਰਮ ਤੇ ਧਰੈ। ਔਰ ਆਪਾਂ ਪੌਂਟਾ ਸਾਹਿਬ ਦੇ ਨੇੜੇ ਨਾ ਲੜੀਏ, ਤੂੰ ਡਰਦਾ ਕਿਉਂ ਆ ਦੁਸ਼ਮਣ ਤੋਂ? ਗਾਡਾਂਗੇ ਰਣ ਖੰਭ ਅਗਾਰੀ ਜੈ ਸਮ ਥਲ ਕੋ ਲੇਹ ਨਿਹਾਰੀ। ਆਪਾਂ ਥੋੜਾ ਦੂਰੀ ਕਰਕੇ ਝੰਡਾ ਗੱਡਾਂਗੇ, ਯੁੱਧ ਦਾ ਸਕੂਲਾ ਜਾਂ ਥਾਂ ਦੇਖ ਕੇ। ਰਿਪ ਆਗਮਨ ਸਮੁਖ ਜਤ ਹੋਏ ਪਿਖਿਓ ਪ੍ਰਥਮ ਸੁਧ ਦੀਜੈ ਕੋਏ। ਔਰ ਬੈਰੀਆਂ ਦਾ ਆਉਣਾ ਜਦੋਂ ਪਤਾ ਲੱਗੇ ਤੇ ਉਹਨਾਂ ਨੂੰ ਖਬਰ ਹੋ ਜਾਵੇ ਤਾਂ ਕਿ ਪੌਂਟਾ ਸਾਹਿਬ ਦੇ ਵੱਲ ਨੂੰ ਨਾ ਆਉਣ। ਲੈ ਕਰ ਚਮੂ ਸੰਗ ਪ੍ਰਸਥਾਨ ਆਵਤ ਪਿਖ ਗੁਲ ਕਾ ਹੱਥ ਹਨ। ਤੇ ਜਦੋਂ ਬੈਰੀ ਆਪਣੇ ਝੰਡੇ ਵੱਲ ਆਉਣਗੇ, ਨਿਸ਼ਾਨ ਵੱਲ ਆਉਣਗੇ, ਤੇ ਅਸੀਂ ਫੌਜ ਲੈ ਕੇ ਸਾਹਮਣੇ ਜਾ ਕੇ ਗੋਲੀਆਂ ਦੇ ਨਾਲ ਉਹਨਾਂ ਨੂੰ ਮਾਰ ਦੇਣਾ ਜੀ। ਮੰਡਾ ਤਹ ਜੰਗ ਅਖਾਰਾ ਸ਼ਾਸਤਰ ਸਮੂਹਨ ਕੇਰ ਪਰਹਾਰਾ। ਇਸ ਤਰ੍ਹਾਂ ਅਸੀਂ ਉੱਥੇ ਜੰਗ ਦਾ ਅਖਾੜਾ ਵੰਡਾਂਗੇ ਔਰ ਸ਼ਾਸਤਰਾਂ ਦੇ ਨਾਲ ਵਾਰ ਕਰਾਂਗੇ। ਲਗਤ ਪਰਾਵੈ ਡਰ ਧਰ ਚੀਤ ਨਾਤ ਸੰਘਾਰੈ ਪ੍ਰਾਪਤ ਜੀਤ। ਜਾਂ ਤਾਂ ਉਹ ਡਰਦੇ ਭੱਜ ਜਾਣਗੇ ਗੋਲੀਆਂ ਤੋਂ, ਸ਼ਾਸਤਰਾਂ ਤੋਂ, ਜਾਂ ਫਿਰ ਉੱਥੇ ਖਤਮ ਹੋ ਜਾਣਗੇ, ਅਸੀਂ ਜਿੱਤ ਲੈ ਕੇ ਆਵਾਂਗੇ। ਸੁਣ ਕਿਰਪਾਲ ਮਾਤਲ ਗੁਰ ਕੇਰਾ ਸਭਾ ਮਝਾਰ ਕਹਿਉ ਤਸਬੀਰਾ। ਕੋਲ ਹੀ ਸਤਿਗੁਰਾਂ ਦਾ ਮਾਮਾ ਕਿਰਪਾਲ ਚੰਦ ਜੀ ਬੈਠੇ ਹਨ। ਥਲ ਭੰਗਾਣੀ ਕੋ ਜਹਨੀਕਾ ਤਿਤਿ ਆਵਣ ਹੋਈ ਰਿਪ ਹੀਕਾ। ਕਹਿਣ ਲੱਗੇ ਜੀ ਭੰਗਾਣੀ ਵਾਲੇ ਪਾਸੇ ਦੀ ਉਹ ਆਉਣਗੇ ਦੁਸ਼ਮਣ, ਕਿਉਂ ਨਾ ਆਪਾਂ ਭੰਗਾਣੀ ਦੇ ਨੇੜੇ ਚੱਲੀਏ। ਬਹਿ ਨਦੀ ਇੱਕ ਨਾਮਗਿਰੀ ਹੈ ਦਿਸ਼ ਦੂਜੈ ਰਵ ਸੁਤਾ ਢਰੀ ਹੈ। ਦੋਨਾਂ ਨਦੀਆਂ ਦੇ ਵਿਚਾਲੇ ਉਹ ਬੜੀ ਖੁੱਲੀ ਜਗ੍ਹਾ ਹੈ। ਇੱਕ ਪਾਸੇ ਰਵਸੁਤਾ ਜਮਨਾ ਨਦੀ ਵਗਦੀ ਹੈ, ਦੂਜੇ ਪਾਸੇ ਇੱਕ ਨਦੀ ਧਾਰਾ ਵਗਦੀ ਹੈ, ਉਹਨੂੰ ਗਿਰੀ ਕਹਿੰਦੇ ਹਨ। ਉੱਥੇ ਰਾਜਪੁਰਾ ਨਗਰ ਨੇੜੇ ਰਾਜਪੁਰਾ ਤੈ ਪਰੇ ਸੁਨਗਰਾ ਤਰੇ ਲਰਨ ਕੋ ਥਲ ਹੈ ਸਗਰਾ। ਤੇ ਪਰਲੇ ਪਾਸੇ ਨਗਰ ਰਾਜਪੁਰਾ ਪੈਂਦਾ ਹੈ। ਇਹਨਾਂ ਦੇ ਵਿਚਾਲੇ ਜੇ ਬੜਾ ਖੁੱਲਾ ਥਾਂ ਲੜਨ ਵਾਸਤੇ। ਸ੍ਰੀ ਜਗ ਗੁਰ ਗਾਡੋ ਰਣ ਥੰਬਾ ਤਹਾਂ ਪਿਖੋ ਸੰਗਰਾਮ ਅਚੰਬਾ। ਚਲੋ ਉੱਥੇ ਆਪਾਂ ਜੰਗ ਦੇ ਝੰਡੇ ਗੱਡਦੇ ਹਾਂ। ਨਗਰ ਪਾਵਟਾ ਤਾਜ ਖਟ ਕੋਸ ਤੈ ਥਿਰ ਹੋਏ ਹਤੋ ਰਿਪ ਰੋਸ। ਪੌਂਟਾ ਸਾਹਿਬ ਤੋਂ 6 ਕੋ ਦੂਰ ਜਾ ਕੇ ਲੜਾਂਗੇ, ਬਾਕੀ ਆਪਣੇ ਪੌਂਟਾ ਸਾਹਿਬ ਦੀ ਰੱਖਿਆ ਰਹਿਣੀ ਚਾਹੀਦੀ ਆ ਦੋਹਰਾ। ਸੁਣ ਕਿਰਪਾਲ ਕੀ ਬਾਤ ਕੋ ਸ੍ਰੀ ਸਤਗੁਰ ਕਿਰਪਾਲ ਮਨ ਮਾਨੀ ਨੀਕੇ ਲਖੀ ਮਸਲਤ ਠਾਨ ਅਟਾਲ। ਇਉਂ ਸਤਿਗੁਰਾਂ ਨੇ ਮਾਮਾ ਕਿਰਪਾਲ ਚੰਦ ਦੀ ਸਲਾਹ ਨੂੰ ਮੰਨਿਆ। ਕਹਿੰਦੇ ਠੀਕ ਹੈ, ਆਪਾਂ ਪੌਂਟਾ ਸਾਹਿਬ ਤੋਂ 6 ਕੋ ਬਾਹਰ ਹੀ ਲੜਾਂਗੇ। ਚੌਪਈ ਨੰਦ ਚੰਦ ਪਿਕ ਗੁਰਮੁਖ ਓਰੀ ਬੋਲਿਓ ਬਾਹਰ ਜੁਗਮ ਕਰ ਜੋਰੀ। ਨੰਦ ਚੰਦ ਆਪਣੇ ਨਾਲ ਆਏ ਵਪਾਰੀ ਗੁਰਮੁਖ ਜੋ 100 ਘੋੜਾ ਲੈ ਕੇ ਆਇਆ ਹੈ, ਉਹਨੂੰ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਕੀਤਾ ਹੈ। ਮਹਾਰਾਜ ਸਿੱਖ ਰਾਵਰ ਕੇਰਾ ਹੈਨ ਸੁਦਾਗਰ ਧਨੀ ਬਡੇਰਾ। ਮਹਾਰਾਜ ਜੀ ਇਹ ਆਪ ਜੀ ਦਾ ਸਿੱਖ ਵੀ ਹੈ ਔਰ ਇਹ ਘੋੜਿਆਂ ਦਾ ਵਪਾਰੀ ਵੀ ਹੈ। ਲੈ ਕਰ ਗਮਨਿਓ ਦਰਬ ਵਿਸ਼ੇਸ਼ੰ ਪਿਖ ਕਸ਼ਮੀਰ ਆਦਪੁਰ ਦੇਸ਼ੰ। ਇਹ ਬਹੁਤ ਸਾਰੀ ਮਾਇਆ ਲੈ ਕੇ ਚੱਲਦਾ ਹੈ, ਕਸ਼ਮੀਰ ਤੋਂ ਲੈ ਕੇ ਸਾਰੇ ਦੇਸ਼ਾਂ ਵਿੱਚ ਵਪਾਰ ਕਰਦਾ ਹੈ ਜੀ। ਬਨ ਬਨ ਬਹੁ ਥਲ ਤੇ ਲੀਨਾ ਬੀਨ ਬੀਨ ਬਹੁ ਥਲ ਤੇ ਲੀਨਾ ਤਿਸੀ ਪੰਥ ਕੋ ਆਵਣ ਕੀਨਾ। ਇਹ ਵੀ ਉਧਰੋਂ ਆ ਰਿਹਾ ਸੀਗਾ, ਚੁਣ ਚੁਣ ਕੇ ਘੋੜੇ ਲੈ ਕੇ ਆਇਆ ਸੀ ਤੁਹਾਡੇ ਲਈ। ਭੀਮ ਚੰਦ ਨਿਰਪ ਜਬ ਸੁਣ ਪਾਏ ਲੇਨ ਹੇਤ ਹੈ ਚਿਤ ਲਲਚਾਏ। ਜਦੋਂ ਭੀਮ ਚੰਦ ਨੂੰ ਵੀ ਪਤਾ ਲੱਗ ਗਿਆ ਸੀਗਾ ਕਿ ਵਪਾਰੀ ਘੋੜੇ ਲੈ ਕੇ ਆਇਆ ਹੈ, ਇਸ ਕਰਕੇ ਉਹਦੇ ਮਨ 'ਚ ਲਾਲਚ ਆ ਗਿਆ ਸੀ ਵੀ ਘੋੜੇ ਖੋਹ ਲਓ ਇਹਨਾਂ ਤੋਂ। ਨਾਮ ਸੁਣੋ ਰਾਵਰ ਕੋ ਜਬੈ ਕਿਤਕ ਸੈਨ ਭੇਜੀ ਤਨ ਤਬੈ। ਔਰ ਉਸਨੇ ਸਾਡੇ ਤੇ ਭੇਜ ਕੇ ਚੜਾ ਕੇ ਫੌਜ ਵੀ ਭੇਜੀ ਸੀ। ਸਿੱਖ ਸੁਦਾਗਰ ਕੋ ਸੁਧ ਹੋਈ ਕਰਕੈ ਬੇਗ ਆਏ ਪੁਰਸੋਈ। ਤੇ ਜਦੋਂ ਇਹ ਸੁਦਾਗਰ ਨੂੰ ਪਤਾ ਲੱਗਿਆ ਕਿ ਭੀਮ ਚੰਦ ਪਹਾੜੀਆਂ ਦਾ ਬੰਦਾ ਆਇਆ ਘੋੜੇ ਖਰੀਦਣ ਵਾਸਤੇ, ਇਹਨਾਂ ਨੂੰ ਪਤਾ ਲੱਗ ਗਿਆ ਕਿ ਤੇ ਖੋਈ ਨਾ ਲੈਣ ਮੇਰੇ ਘੋੜੇ। ਉਸ ਵੇਲੇ ਸੁਦਾਗਰ ਸਾਡੇ ਕੋਲ ਆ ਗਿਆ ਸ਼੍ਰੀਨਗਰ ਦੇ ਬਾਹਰ, ਜਿੱਥੇ ਅਸੀਂ ਡੇਰਾ ਕੀਤਾ ਹੈ। ਸੁਣ ਸ਼੍ਰੀਨਗਰ ਵਿਖੇ ਹਮ ਡੇਰਾ ਉਤਰੂ ਆਨ ਡਰ ਤਿਸ ਬੇਰਾ। ਇਹ ਗੁਰਮੁਖ ਸਾਡੇ ਕੋਲ ਸਾਡੇ ਪੜਾ ਤੇ ਆ ਗਿਆ।
ਬਹੁਰ ਨ ਬਲ ਘਾਲਿਓ ਕਿਨ ਆਏ ਮਿਲਿਓ ਰਹਿਓ ਆਨੰਦ ਉਪਜਾਏ ਫਿਰ ਕਿਸੇ ਨੇ ਇਹਦੇ ਘੋੜੇ ਖੋਣ ਦੀ ਸਲਾਹ ਨਹੀਂ ਕੀਤੀ, ਸਾਡੇ ਨਾਲ ਰਿਹਾ ਜੀ। ਬਿਗੜਿਓ ਫਤਿਹ ਸ਼ਾਹ ਜਿਸ ਕਾਲਾ ਉਤਰੇ ਅਸ ਸਥਾਨ ਬਸਾਲਾ ਤੇ ਜਦੋਂ ਫਤਿਹ ਸ਼ਾਹ ਮਗਰ ਪੈ ਗਿਆ, ਵਿਗੜ ਗਿਆ ਸਾਡੇ ਨਾਲ, ਤੇ ਇਹ ਵੀ ਘੋੜਿਆਂ ਨੂੰ ਨਾਲ ਲੈ ਕੇ ਸਾਡੇ ਨਾਲ ਹੀ ਆ ਗਿਆ। ਸੁਣ ਲਾਲਚ ਕਰ ਪੁਨ ਕਹਿਲੂਰੀ ਕਹਿ ਭੇਜਿਓ ਕਰ ਤੂਰਨ ਫੂ ਭੂਰੀ ਔਰ ਫਤਿਹ ਸ਼ਾਹ ਨੂੰ ਕਹਿਲੂਰੀਏ ਨੇ ਲਾਲਚ ਕਰਕੇ ਭੇਜਿਆ। ਤਰੰਗ ਵਿਸਾਲ ਮੂਲ ਵੱਡ ਕੇਰੇ ਛੀਨ ਲਿਓ ਨਹਦੀਜਹ ਫੇਰੇ ਆਪਣੇ ਬੰਦੇ ਭੇਜੋ, ਨਾਲੇ ਤਾਂ ਆਨੰਦ ਚੰਦ ਹੋਰਾਂ ਤੋਂ ਸਮਾਨ ਖੋਲੋ ਤੇ ਨਾਲੇ ਉਹ 100 ਘੋੜਾ ਖੋਲੋ, ਵਧੀਆ ਹੈ। ਫਤਿਹ ਸ਼ਾਹ ਪਟਕੀਨ ਸਤਿਆਰੀ ਪਹੁੰਚੀ ਢਗ ਹਮਰੇ ਸੁਧ ਸਾਰੀ ਉਧਰੋਂ ਫਤਿਹ ਸ਼ਾਹ ਤਿਆਰੀ ਕਰਨ ਲੱਗੇ ਆ ਸਾਡੇ ਤੇ ਹਮਲਾ ਕਰਨ ਦੀ। ਉਦੋਂ ਪਹਿਲਾਂ ਸਾਨੂੰ ਤੁਹਾਡੀ ਕਿਰਪਾ ਨਾਲ ਖਬਰ ਹੋ ਗਈ ਜੀ। ਤਕਰੇ ਹੋਏ ਜੀਨ ਹੈ ਡਾਲੇ ਭਈ ਅਰੂਡਣਿਤ ਕੋ ਚਾਲੇ ਅਸੀਂ ਤੇਜ਼ੀ ਦੇ ਨਾਲ ਘੋੜਿਆਂ ਤੇ ਕਾਠੀਆਂ ਪਾਈਆਂ ਤੇ ਘੋੜੇ ਇੱਧਰ ਨੂੰ ਭਜਾ ਲਏ ਜੀ। ਲਖਿਓ ਪ੍ਰਤਾਪ ਗੁਰੂ ਕੋ ਮਹਾ ਪਹੁੰਚ ਨ ਸਕਿਓ ਆਏ ਕਹਿ ਤਹਾਂ ਤੁਹਾਡੀ ਕਿਰਪਾ ਦੇ ਨਾਲ ਸਾਡੇ ਕੋਲ ਕੋਈ ਪਹੁੰਚ ਨਹੀਂ ਸਕਿਆ ਤੇ ਅਸੀਂ ਫਟਾਫਟ ਇੱਥੇ ਪਹੁੰਚ ਗਏ। ਬੜੇ ਯਤਨ ਕਰ ਸਭ ਹੈ ਲਿਆਏ ਰਾਵਰ ਕੀ ਸਹਾਇਤਾ ਪਾਏ ਤੁਹਾਡੀ ਕਿਰਪਾ ਦੇ ਨਾਲ ਅਸੀਂ ਉਹ 100 ਘੋੜਾ ਵੀ ਨਾਲ ਲੈ ਆਂਦਾ। ਕਿਰਪਾ ਕਰੋ ਸਭ ਦੇਖਣ ਕੀਜੈ ਵੀਰਨ ਕੋ ਰਨ ਹਿਤਾ ਬਦੀਜੈ ਔਰ ਉਹ 100 ਘੋੜਾ ਦੇਖ ਲਓ, ਹੁਣ ਜੰਗ ਦੇ ਮੈਦਾਨ 'ਚ ਲੋੜ ਪੈਣੀ ਹੈ, ਆਪਣੇ ਯੋਧਿਆਂ ਨੂੰ ਵੰਡ ਦਿਓ। ਆਛੀ ਬਾਤ ਜਾਨ ਗੁਰ ਪੂਰੇ ਪਿਖੇ ਤਰੰਗਮ ਸਗਰੇ ਰੂਰੇ ਸਤਿਗੁਰ ਪਾਤਸ਼ਾਹ ਜੀ ਦੀਵਾਨ 'ਚ ਉੱਠੇ, ਕਹਿੰਦੇ ਅੱਛਾ ਲਿਆਓ ਦਿਖਾਓ ਕਿੱਥੇ ਨੋ ਘੋੜੇ। ਸਿੱਖ ਕੋ ਖੁਸ਼ੀ ਕਰੀ ਮਨ ਭਾਵਤ ਭਇਓ ਨਿਹਾਲ ਆਨੰਦ ਉਪਾਵਤ ਔਰ ਸਿੱਖ ਤੇ ਬੜੀ ਕਿਰਪਾ ਕੀਤੀ ਆ, ਖੁਸ਼ੀਆਂ ਬਖਸ਼ੀਆਂ। ਜੋ ਜਿਸ ਲਾਇਕ ਭਟਕੋ ਜਾਨਾ ਹੇਤ ਅਰੂਡਣ ਕੇ ਹਾਏ ਦਾਨਾ ਔਰ ਇਸ ਤਰ੍ਹਾਂ ਉਸ ਸਿੱਖ ਨੂੰ, ਉਸ ਵਪਾਰੀ ਨੂੰ ਉਹਨਾਂ ਘੋੜਿਆਂ ਦੇ ਕੋਲ ਉਹਨਾਂ ਕੋਲ ਲੈ ਲਿਆ ਹੈ ਔਰ ਉਸ ਨੂੰ ਖੁਸ਼ੀਆਂ ਬਖਸ਼ੀਆਂ। ਖੁਸ਼ੀਆਂ ਬਖਸ਼ਣਾ ਮਤਲਬ ਮਾਇਆ ਵੀ ਦਿੱਤੀ ਆ ਘੋੜਿਆਂ ਦੀ, ਬਖਸ਼ਾਂ ਵੀ ਕੀਤੀਆਂ, ਨਿਹਾਲ ਵੀ ਕੀਤਾ। ਉਹ ਘੋੜੇ ਲੈ ਕੇ ਪਾਤਸ਼ਾਹ ਨੇ ਫੌਜ ਦੇ ਵਿੱਚ ਬੰਨ ਦਿੱਤੇ ਜੀ। ਸੁੰਦਰ ਜੀਨ ਪਾਏ ਕਰ ਚੜੇ ਚਪਲ ਬਲੀ ਲੱਖ ਔਰ ਮੁੱਧ ਬੜੇ ਔਰ ਉਹਨਾਂ ਘੋੜਿਆਂ ਤੇ ਕਾਠੀਆਂ ਪਾ ਕੇ ਯੋਧਿਆਂ ਨੇ ਉਹਨਾਂ ਨੂੰ ਚਲਾ ਕੇ ਦੇਖਿਆ, ਬੜੇ ਖੁਸ਼ ਹੋਏ ਜੀ। ਪੂਰੀ ਢਾਰਾਂ ਅਨਕ ਸੁਨਾਰੇ ਬ੍ਰਿੰਦ ਬਰੂਦ ਤਿਆਰ ਇਸ ਬਾਰੇ ਸੁਨਿਆਰਿਆਂ ਤੇ ਲੋਹਾਰਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ, ਲੋਹਾ ਸਿੱਕਾ ਬਰੂਦ ਪਾ ਕੇ ਗੋਲੀਆਂ ਤਿਆਰ ਹੋਣ ਲੱਗੀਆਂ ਜੀ। ਕਿਤਕ ਭਟਨ ਕੋ ਤੋ ਮਰਦਾਏ ਤਰੰਗ ਤਵਾਈ ਵਿਸਾਲ ਪਰਮਏ ਔਰ ਕਈ ਯੋਧਿਆਂ ਨੂੰ ਵਰਸ਼ੇ ਬੰਦੂਕਾਂ ਆਦਿ ਦੇਣੀਆਂ ਕੀਤੀਆਂ। ਦੇ ਜਰਕਸ਼ੀ ਰੁਚਰਨ ਖੰਗ ਕਰ ਪੂਰਨ ਖਰ ਖਪਰਨ ਸੰਗ ਕਿਸੇ ਨੂੰ ਤੀਰ ਦਿੱਤੇ ਹਨ ਜਰਕਸ਼ੀ, ਬੜੇ ਸੁੰਦਰ ਬਣੇ ਹੋਏ ਤਿੱਖੇ ਤੀਰ ਲੈ ਕਰਕੇ ਖਪਰੇ ਸਿੱਖ ਖਪਰੇ ਤੀਰਾਂ ਨੂੰ ਚਲਾ ਕੇ ਵੇਖਦੇ ਹਨ। ਕੇਤਕ ਸੁਪਟਣ ਧਨਕ ਖਟੋਰਾ ਲੈ ਜੋ ਦਾ ਇੰਚਤ ਕਰ ਜੋਰਾ ਕਿਸੇ ਨੂੰ ਧਨੁੱਖ ਦਿੱਤਾ ਜੋ ਧਨੁੱਖ ਚਲਾਉਣ ਜਾਣਦਾ ਸੀ, ਜੋਧੇ ਲੈ ਕੇ ਖਿੱਚ ਖਿੱਚ ਵੇਖਦੇ ਹਨ। ਲਾਂਬੀ ਸੁਲਗ ਤੁਫੰਗ ਅਨੇਕ ਬਖਸ਼ੀ ਜੋਧਨ ਜਲਦ ਬਵੇਕ ਜਿਹੜੇ ਜੋਧੇ ਬੰਦੂਕਾਂ ਚਲਾ ਸਕਦੇ ਉਹਨਾਂ ਨੂੰ ਲੰਬੀ ਨਾਲ ਵਾਲੀਆਂ ਬੰਦੂਕਾਂ ਬਖਸ਼ੀਆਂ ਹਨ। ਗੁਰ ਦਲ ਮੈਂ ਉਤਸ਼ਾਹ ਵਿਸਾਲਾ ਵਿਚਰਤ ਧਰ ਹਥਿਆਰ ਜਾਲਾ ਇਉਂ ਗੁਰੂ ਕੀਆਂ ਫੌਜਾਂ ਵਿੱਚ ਬੜਾ ਹੀ ਅਤਿਆਹ ਵੱਧ ਗਿਆ ਹੈ। ਮਾਰ ਬਕਾਰਾ ਬੋਲਤ ਭਾਰੀ ਲੂਟ ਭਜਾਵੋ ਹਤੋ ਪਹਾਰੀ ਔਰ ਗੁਰੂ ਕੀਆਂ ਫੌਜਾਂ ਵਿੱਚ ਬੜਾ ਉਤਸ਼ਾਹ ਹੋ ਗਿਆ, ਮਾਰਾ ਬਕਾਰਾ ਹੁੰਦਾ, ਜਕਾਰੇ ਛੱਡਨੇ, ਫੜ ਲਓ ਓਏ ਮਾਰ ਦਿਆਂਗੇ, ਛੱਡਣਾ ਨਹੀਂ। ਏਦਾਂ ਦੇ ਯੋਧੇ ਜਿਹੜੇ ਹਨ ਉੱਚੀ ਉੱਚੀ ਜਕਾਰੇ ਛੱਡਦੇ ਫਿਰਦੇ ਹਨ। ਤਿੰਨੋਂ ਦੇਸ਼ ਨਕਾਰੋ ਬਾਹਰ ਬਿਦਤੈ ਬਹੁਤ ਸਤਿਗੁਰ ਜਸ ਜਾਹਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਛੀਨੋ ਦੇਸ਼ ਨਕਾਰੋ ਬਾਹਰ, ਆ ਜਾਣ ਦਿਓ ਦੁਸ਼ਟਾਂ ਨੂੰ, ਇਹਨਾਂ ਦਾ ਦੇਸ਼ ਖੋ ਕੇ ਇਹਨਾਂ ਨੂੰ ਇੱਥੋਂ ਪਹਾੜਾਂ ਚੋਂ ਕੱਢਾਂਗੇ। ਇਸ ਪ੍ਰਕਾਰ ਤਿਆਰੀ ਪ੍ਰਭ ਕਰੀ ਪ੍ਰਥਮ ਯੁੱਧ ਹਿਤ ਮਨਸਾ ਧਰੀ ਇਉਂ ਸਤਿਗੁਰੂ ਪਾਤਸ਼ਾਹ ਜੀ ਦਾ ਪਹਿਲਾ ਹੀ ਇਰਾਦਾ ਸੀ ਜੰਗਾਂ ਯੁੱਧਾਂ ਦਾ, ਕਿਉਂਕਿ ਆਏ ਵੀ ਇਸੇ ਕੰਮ ਸਨ। ਸਮਝ ਲਿਓ ਸਾਧੂ ਸਾ ਮਨਮੰ ਯਾਹੀ ਕਾਜ ਧਰਮ ਜਨਮੰ ਧਰਮ ਚਲਾਵਣ ਸੰਤਿਓ ਬਾਨ ਦੁਸ਼ਟ ਸਵਣ ਕੋ ਮੂਲ ਉਪਾੜਨ, ਕਿਉਂਕਿ ਦੁਸ਼ਟਾਂ ਜੜ੍ਹਾਂ ਫਿਰ ਸ਼ਸਤਰ ਨਾਲ ਹੀ ਪੱਟੀਆਂ ਜਾਣੀਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ
ਇਦਾਂ ਤਿਆਰੀਆਂ ਕਰਵਾ ਲਈਆਂ ਜੀ। ਸਮਸ ਸ਼ਿਆਮਤਾ ਮੁਖ ਪਰ ਸੂ ਹੈ, ਕਮਲ ਪ੍ਰਫੁੱਲਤ ਅਲ ਜਨ ਜੋ ਹੈ। ਹੁਣ ਸਤਿਗੁਰਾਂ ਦੇ ਚਿਹਰੇ ਤੇ ਥੋੜੀ ਥੋੜੀ ਦਾੜੀ ਆਉਣ ਲੱਗੀ, ਕਾਲੇ ਰੰਗ ਦੀ, ਬੜਾ ਸੋਹਣਾ ਲੱਗਦਾ ਸੁੰਦਰ ਸਰੂਪ, ਜਿਵੇਂ ਕਮਲ ਦੇ ਫੁੱਲ ਤੇ ਭੌਰਾ ਬੈਠਾ ਹੋਵੇ। ਸਮਦੁੰਦਬ ਕੈ ਸ਼ਬਦ ਗੰਭੀਰ, ਮਹਾਰਾਜ ਪ੍ਰਭ ਵੀਰ ਨਬੀਰ। ਜਾਂ ਜੋਧਿਆਂ ਦੇ ਜੋਧੇ ਮਹਾਰਾਜ ਸਤਿਗੁਰੂ ਵੱਡੇ ਜੋਧੇ ਜਦੋਂ ਬੋਲਦੇ ਹਨ, ਨਗਾਰੇ ਵਰਗੀ ਆਵਾਜ਼ ਹੈ ਉਹਨਾਂ ਦੀ। ਨਿਜ ਦਲ ਮੈਂ ਉਤਸ਼ਾਹ ਵਧਾਵਾ, ਮਨੋ ਵੀਰ ਰਸ ਪਤ ਜਗਾਵਾ। ਇਸ ਤਰ੍ਹਾਂ ਸਤਿਗੁਰਾਂ ਨੇ ਫੌਜਾਂ ਦੇ ਵਿੱਚ ਬੜਾ ਉਤਸ਼ਾਹ ਵੀਰ ਰਸ ਦਾ ਭਰ ਦਿੱਤਾ ਹੈ ਜੀ। ਇਹ ਤਿਮ ਭਈ ਸੁਣੋਤ ਕੇਰੀ, ਘਾਟੂ ਲੰਘ ਗਏ ਜਿਸ ਬੈਰੀ। ਇੱਧਰ ਤਾਂ ਇਹ ਹੋਇਆ ਤੇ ਉਧਰ ਜਿੱਥੋਂ ਭਾਈ ਸਾਹਿਬ ਨੰਦ ਚੰਦ ਵਰਗੇ ਭੱਜ ਕੇ ਲੰਘ ਕੇ ਆਏ ਆ, ਦੁਸ਼ਟਾਂ ਨੂੰ ਸ਼ਿਕਾਸ਼ਤ ਦੇ ਕੇ ਹਾਰ ਦੇਖੇ, ਉੱਥੇ ਕੀ ਹੋਇਆ ਹੈ? ਮੂਰਖ ਹੱਥ ਨ ਮਰਦਤ ਰਹੇ, ਰੁਕੋ ਨ ਕਿਆਹੂ ਮਿਲ ਮਿਲ ਕਾਹੇ। ਔਰ ਸਾਰੇ ਹੱਥ ਮਲਦੇ ਰਹਿ ਗਏ ਕਿ ਅਸੀਂ ਸਿੱਖਾਂ ਨੂੰ ਰੋਕ ਨਹੀਂ ਸਕੇ। ਉਹਨਾਂ ਨੇ ਬਾਅਦ ਵਿੱਚ ਕੀ ਗੱਲਾਂ ਬਾਤਾਂ ਕੀਤੀਆਂ, ਕਿਵੇਂ ਲੜਾਈ ਕਰਨ ਵਾਸਤੇ ਗੁਰੂ ਕੇ ਉੱਪਰ ਚੜ੍ਹਾਈ ਕਰਕੇ ਆਉਂਦੇ ਐ। ਅਗਲਾ ਭੰਗਾਣੀ ਦਾ ਜੰਗ ਜੋ ਪਹਿਲਾ ਜੰਗ ਸੀ ਸਤਿਗੁਰਾਂ ਦਾ, ਇਹ ਕਿਵੇਂ ਹੋਇਆ, ਇਹ ਵਿਚਾਰਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਪੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕਾ। ਹੇ ਅਪਰੰਪਰ ਹਰ ਹਰੇ ਹੈ ਤਿਹੋ ਮਨ ਹਾਰ। ਹੇ ਸੰਤ ਕੈ ਸਦਾ ਸੰਗ, ਦੇ ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲੁ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਨਾਸਣ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ, ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ।